सर ਤੁਹਾਡੀ ਚਾਹ, ਤੁਹਾਡੀ ਸ਼ੱਕਰ ਵਾਲੀ ਚਾਹ ਅਤੇ 4 ਨੰਬਰ ਦੀ ਸ਼ੱਕਰ ਵਾਲੀ ਚਾਹ, 5 ਨੰਬਰ ਦੀ ਸ਼ੱਕਰ ਵਾਲੀ ਚਾਹ, 6 ਨੰਬਰ ਦੀ ਬਗੈਰ ਸ਼ੱਕਰ ਵਾਲੀ ਚਾਹ ਅਤੇ ਸਰ ਤੁਹਾਡੀ ਚਾਹ। ਮੈਂ ਇਦਾਂ ਕਰਾਂਗਾ ਇਹ ਚਾਹ ਕੀ ਨਾ ए राजू, ਹਾਂ ਸਰ। ਇਹ ਕੀ ਹੈ ਭਾਈ? ਕੀ ਸਰ? ਇਹ 4 ਇੰਚ ਦਾ ਗਲਾਸ, ਉਹਦੇ ਵਿੱਚ 1 ਇੰਚ ਚਾਹ ਘੱਟ, ਉੱਤੋਂ ਸ਼ੱਕਰ ਵੀ ਨਹੀਂ। ਭਾਈ ਮੈਂ ਰੋਜ਼ ਟਾਈਮ ਤੇ ਆਉਣਾ ਅਤੇ ਟਾਈਮ ਤੇ ਜਾਣਾ, ਕਦੀ ਕੰਮ ਦੀ ਚੋਰੀ ਨਹੀਂ ਕਰਦਾ। ਮੇਰੇ ਨਾਲ ਇਦਾਂ ਕਿਉਂ? ਸੌਰੀ ਸਰ, ਗਲਤੀ ਹੋ ਗਈ। ਉਹ ਸਾਹਿਬ ਦੀ ਬਗੈਰ ਸ਼ੱਕਰ ਵਾਲੀ ਚਾਹ ਤੁਹਾਨੂੰ ਦੇਤੀ। ਬਗੈਰ ਸ਼ੱਕਰ ਦੀ ਚਾਹ ਦਿੱਤੀ, ਉਹਦੇ ਵਿੱਚ ਚਾਹ ਘੱਟ। ਦਫ਼ਤਰੋਂ ਤਨਖਾਹ ਮਿਲੀ, ਉਹਦੇ ਵਿੱਚ ਪੈਸੇ ਘੱਟ। ਘਰ ਵਾਲੀ ਲੜਦੀ ਹੈ ਮੇਰੇ ਨਾਲ। ਹੈਲੋ ਤੇਰੀ ਚਾਹ ਭਾਈ, ਕੀ ਗੱਲ ਹੈ ਭਾਈ? ਸਵੇਰ ਤੋਂ ਦਿਮਾਗ ਇੰਨਾ ਗਰਮ ਕਿਉਂ ਹੈ? ਹੋ ਸਾਹਿਬ, ਇੰਜ ਕੰਮ ਨਹੀਂ ਹੁੰਦਾ। ਮੇਰੀ ਘਰ ਵਾਲੀ ਜਾਣਦੀ ਹੈ ਇਸ ਮਹੀਨੇ ਮੇਰੀ ਤਨਖਾਹ ਵਧੀ ਹੈ, ਇਸ ਕਰਕੇ ਸ਼ਾਪਿੰਗ ਦੀ ਪਲੈਨਿੰਗ ਕਰ ਰਹੀ ਸੀ। ਫਿਰ ਲਿਫਾਫਾ ਖੋਲ ਕੇ ਵੇਖਿਆ, ਪੈਸੇ ਕੱਟ ਲਏ। ਘਰ ਵਾਲੀ ਸੋਚ ਰਹੀ ਹੈ ਮੈਂ ਪੈਸੇ ਲੁਕਾ ਕੇ ਰੱਖੇ ਨੇ। ਸਾਰੀ ਰਾਤ ਮੈਂ ਸੋ ਨਹੀਂ ਸਕਿਆ। ਓਏ ਹਰ ਥਾਂ ਇਹੋ ਹੀ ਚੱਕਰ ਚੱਲ ਰਿਹਾ ਹੈ। ਇਹ ਵੇਖੋ ਨਾ, ਮੇਰੇ ਪੁੱਤਰ ਨੇ ਇੱਕ ਕੰਪਨੀ ਵਿੱਚ ਕੰਟਰੈਕਟ ਤੇ ਕੰਮ ਕੀਤਾ ਤਾਂ ਉਹਦਾ 2 ਲੱਖ ਰੁਪਏ ਦਾ ਕੰਟਰੈਕਟ ਹੋਇਆ ਅਤੇ ਪੇਮੈਂਟ ਵੇਲੇ 2000 ਰੁਪਏ ਕੱਟ ਲਏ। ਗੋ ਸਾਹਿਬ, ਕੱਲ ਮੇਰਾ ਫਿਕਸ डिपॉजिट मैच्योर होया, पर बैंक ने 10% कट के मेरे खाते विच क्रेडिट कीता। कल तो मैनू जाके पूछना पेगा। ताही ते मैं सोचिया कि गल की है। मेरे किराएदार ने नवा कॉन्ट्रैक्ट लैण तो बाद इस महीने दे किराए दे टैक्स दे नां ते 3% कट लिया। जदों मैं पूछया तो कहण लगा TDS कट लिया। ਓਏ ਹੋਰ ਕੀ ਦੱਸਾਂ ਭਰਾਵਾ, ਇਸ ਤਨਖਾਹ ਵਿੱਚ ਤਾਂ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਕਰਕੇ ਬਾਹਰ ਮਾੜਾ ਮੋਟਾ ਕਮਿਸ਼ਨ ਵਰਕ ਕਰਨਾ ਪੈਂਦਾ। ਇਹ ਵੇਖੋ, ਪਰ 2 ਦਿਨ ਪਹਿਲਾਂ ਇਹ ਕੰਪਨੀ ਨੇ ਕਮਿਸ਼ਨ ਦਿੰਦੇ ਹੋਇਆ 10% TDS ਕੱਟ ਲਿਆ। रुको, हैरानी ਦੀ ਗੱਲ ਹੈ। ਰਮੇਸ਼ ਦੇ ਲਈ ਬੈਂਕ ਨੇ ਉਤੋਂ 10% ਕਟਿਆ ਅਤੇ ਉਸੇ ਬੈਂਕ ਵਿੱਚ ਮੇਰਾ ਫਿਕਸ ਡਿਪੋਜ਼ਿਟ ਸੀ, ਉਹਦੇ ਲਈ 20% ਕੱਟ ਲਿਆ। ਇਹ ਕਿਵੇਂ ਹੋਇਆ? ਹਲਵਾ ਹੈ ਕਿ ਇਹ ਇੰਜ ਹੀ ਚੱਲਦਾ ਰਿਹਾ ਨਾ ਤੇ ਇੱਕ ਦਿਨ ਵੇਖਣਾ ਮੈਂ ਹੀ ਨਹੀਂ ਆ, ਉੱਤੇ ਵਾਲੇ ਨੇ ਮੇਰਾ ਹੀ ਨਾਂ ਕੱਟ ਲਿਆ। ਓਏ ਨਹੀਂ, ਮੇਰਾ ਵੀ ਤਾਂ ਇੰਨੇ ਦਿਨਾਂ ਤੋਂ ਕੱਟ ਰਿਹਾ ਹੈ। ਚੰਗਾ ਇੱਕ ਗੱਲ ਦੱਸੋ, ਇਹ ਤਨਖਾਹ ਵਿੱਚੋਂ ਪੈਸੇ ਕੱਟਣ ਦਾ ਚੱਕਰ ਕੀ ਹੈ? ਇਹ ਆਮਦਨ ਕਰ ਕਾਨੂੰਨ ਹੈ। ਤੁਹਾਡੀ ਤਨਖਾਹ ਦੇ ਉੱਤੇ ਸਾਲਾਨਾ ਟੈਕਸ ਦਾ ਇੱਕ ਐਵਰੇਜ ਹਿਸਾਬ ਕਰਕੇ ਹਰ ਮਹੀਨੇ ਕੱਟਿਆ ਜਾਂਦਾ ਹੈ। ਪਰ ਇਸ ਤੋਂ ਪਹਿਲਾਂ ਤਾਂ TDS ਨਹੀਂ ਕੱਟਿਆ। ਕਿਉਂਕਿ ਹੁਣ ਤੱਕ ਤੁਸੀਂ ਟੈਕਸ ਦੇ ਦਾਇਰੇ ਵਿੱਚ ਨਹੀਂ ਆਏ ਸੀ, ਇਸ ਕਰਕੇ। ਵੇਖੋ, ਜਿਨ੍ਹਾਂ ਦੀ ਸਾਲਾਨਾ ਆਮਦਨ ਮਿਨੀਮਮ ਟੈਕਸੇਬਲ ਆਮਦਨ ਤੋਂ ਉੱਤੇ ਹੋਏਗੀ, ਉਹਨਾਂ ਦੀ ਇਨਕਮ ਤੇ ਵੀ ਇਨਕਮ ਟੈਕਸ ਲਾਅ ਦੀ ਧਾਰਾ 192 ਦੇ ਤਹਿਤ ਟੈਕਸ ਕੱਟਿਆ ਜਾਂਦਾ ਹੈ। ਕਿਉਂਕਿ ਤੁਹਾਡੀ ਤਨਖਾਹ ਵੱਧ ਚੁੱਕੀ ਹੈ ਅਤੇ ਤੁਹਾਡੀ ਸਾਲਾਨਾ ਇਨਕਮ ਵੀ ਟੈਕਸੇਬਲ ਹੋ ਚੁੱਕੀ ਹੈ, ਐਸੇ ਕਰਕੇ ਇਸ ਐਕਸਟਰਾ ਪੈਸੇ ਤੇ ਟੈਕਸ ਕੱਟਿਆ ਗਿਆ। ਅਤੇ ਸਿਰਫ ਇੰਨਾ ਹੀ ਨਹੀਂ, ਧਾਰਾ 192(1)(a) ਦੇ ਤਹਿਤ ਹੋਰ ਦੂਜੀਆਂ ਜੋ ਟੈਕਸੇਬਲ ਸਹੂਲਤਾਂ ਨੇ, ਉਹਨਾਂ ਦੀ ਮਾਲੀ ਕੀਮਤ ਤੇ ਵੀ ਟੈਕਸ ਕੱਟਿਆ ਜਾ ਸਕਦਾ ਹੈ, ਜੇਕਰ ਅਦਾਰੇ ਨੇ ਆਪ ਉਹਨਾਂ ਤੋਂ ਉੱਤੇ ਟੈਕਸ ਨਾ ਦਿੱਤਾ ਹੋਵੇ ਤਾਂ। ਜੇਕਰ ਕੋਈ ਨੌਕਰੀ ਪੇਸ਼ਾ ਸ਼ਖਸ 1 ਸਾਲ ਦੇ ਅੰਦਰ 1 ਤੋਂ ਵੱਧ ਅਦਾਰਿਆਂ ਵਿੱਚ ਕੰਮ ਕਰਦਾ ਹੈ ਅਤੇ ਕਿਸ ਇੱਕ ਅਦਾਰੇ ਤੋਂ ਪ੍ਰਾਪਤ ਤਨਖਾਹ ਦਾ ਵੇਰਵਾ ਹੋਰਨਾਂ ਅਦਾਰਿਆਂ ਨੂੰ ਘੱਲਦਾ ਹੈ, ਤਾਂ TDS ਕੱਟਦਿਆਂ ਹੋਇਆਂ ਦੂਜੇ ਅਦਾਰਿਆਂ ਤੋਂ ਪ੍ਰਾਪਤ ਤਨਖਾਹ ਨੂੰ ਹਿਸਾਬ ਵਿੱਚ ਲੈ ਕੇ TDS ਕੱਟਣਾ ਪਏਗਾ। ਜੇਕਰ ਕੋਈ EMPLOYEE ਆਪਣੀ ਦੂਜੀ ਕਮਾਈ ਦਾ ਵੇਰਵਾ ਸੰਸਥਾ ਨੂੰ ਦਿੰਦਾ ਹੈ ਤਾਂ ਸੰਸਥਾ ਉਸ ਦੂਜੀ ਕਮਾਈ ਨੂੰ ਉਹਦੀ ਆਮਦਨ ਵਿੱਚ ਜੋੜ ਕੇ TDS ਜ਼ਰੂਰ ਕੱਟੇਗੀ। ਚੇਤੇ ਰੱਖੋ, ਹਾਊਸ ਪ੍ਰਾਪਰਟੀ ਲਾਸ ਨੂੰ ਛੱਡ ਕੇ ਹੋਰ ਕੋਈ ਵੀ ਲਾਸ ਹਿਸਾਬ ਵਿੱਚ ਨਹੀਂ ਜੋੜਿਆ ਜਾਏਗਾ। ਧਾਰਾ 99 ਦੇ ਮੁਤਾਬਕ ਜੇਕਰ ਕੋਈ ਨੌਕਰੀ ਪੇਸ਼ਾ ਰਿਲੀਫ ਚਾਹੁੰਦਾ ਹੈ ਤਾਂ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ TDS ਕੱਟਿਆ ਜਾਏਗਾ। ਤਨਖਾਹ ਤੋਂ ਕੱਟਿਆ ਗਿਆ TDS ਜੇਕਰ ਵੱਧ ਜਾਂ ਘੱਟ ਹੈ ਤਾਂ ਉਸੇ ਵਰੇ ਹੇਠ ਕਿਸੇ ਵੀ ਮਹੀਨੇ ਤੋਂ ਪ੍ਰਾਪਤ ਤਨਖਾਹ ਵਿੱਚ ਉਹ ਪੈਸਾ ਐਡਜਸਟ ਹੋਏਗਾ। ਇਹ ਤੁਹਾਨੂੰ ਆਫਿਸ ਤੋਂ ਇਨਫੋਰਮ ਕਰ ਦੇਣਾ ਚਾਹੀਦਾ ਨਾ, ਖਾਮਖਾ ਘਰ ਵਿੱਚ ਝਗੜਾ ਹੁੰਦਾ ਹੈ। ਜ਼ਰੂਰ ਇਨਫੋਰਮ ਕਰਾਂਗੇ। ਜਿਹੜਾ ਬੰਦਾ ਜਾਂ ਸੰਸਥਾ ਤੁਹਾਡਾ TDS ਕੱਟ ਰਹੀ ਹੈ, ਉਹਨਾਂ ਵੱਲੋਂ ਤੁਹਾਨੂੰ ਇੱਕ TDS ਸਰਟੀਫਿਕੇਟ ਮਿਲੇਗਾ। ਉਸ TDS ਸਰਟੀਫਿਕੇਟ ਦਾ ਪੂਰਾ ਵੇਰਵਾ ਜੋ ਹੈ ਤੁਹਾਡੀ IT ਰਿਟਰਨ ਵਿੱਚ ਇਨਕਲੂਡ ਹੋਏਗਾ ਅਤੇ ਫਿਰ ਤੁਹਾਡੀ ਜੋ ਟੈਕਸ ਲਾਇਬਿਲਿਟੀ ਹੈ ਉਹਦੇ ਵਿੱਚ ਇਹ ਪੈਸਾ ਐਡਜਸਟ ਹੋਏਗਾ। 10 ਡਿਜਿਟ ਦਾ ਟੈਨ ਅਤੇ TDS ਦਾ ਵੱਖ-ਵੱਖ ਵੇਰਵਾ
ਸਹੀ ਥਾਂ ਤੇ ਲਿਖੋ। ਹਰ ਡਿਡਕਟਰ ਨੂੰ ਟੈਨ ਦੇ ਲਈ ਜ਼ਰੂਰ ਅਪਲਾਈ ਕਰਨਾ ਚਾਹੀਦਾ ਹੈ। ਟੈਨ ਵਿੱਚ 10 ਡਿਜਿਟ ਦਾ ਅਲਫਾ ਨਿਊਮੈਰਿਕ ਨੰਬਰ ਹੁੰਦਾ ਹੈ। ਟੈਨ ਲਈ ਫਾਰਮ ਨੰਬਰ 49B ਵਿੱਚ ਅਰਜ਼ੀ ਜ਼ਰੂਰ ਦਿਓ। ਜੇਕਰ TDS ਦੇ ਨਾਂ ਤੇ ਵੱਧ ਪੈਸਾ ਕੱਟ ਲਿਆ ਤਾਂ? ਨਹੀਂ, ਵੇਖੋ, ਜੇਕਰ ਇੰਜ ਹੁੰਦਾ ਹੈ ਕਿ ਤੁਹਾਡੀ ਟੈਕਸ ਲਾਇਬਿਲਿਟੀ ਤੋਂ TDS ਵੱਧ ਹੈ ਤਾਂ ਇਨਕਮ ਟੈਕਸ ਡਿਪਾਰਟਮੈਂਟ ਤੁਹਾਨੂੰ ਉਹ ਵਾਧੂ ਪੈਸਾ ਸੂਦ ਸਣੇ ਵਾਪਸ ਕਰੇਗਾ। ਤੁਹਾਡਾ TDS ਕੱਟ ਕੇ ਜਮ੍ਹਾਂ ਹੋਇਆ ਹੈ ਜਾਂ ਨਹੀਂ, ਇਹ ਤੁਸੀਂ ਇਨਕਮ ਟੈਕਸ ਦੀ ਵੈਬਸਾਈਟ ਤੇ ਜਾ ਕੇ ਹਰ 3 ਮਹੀਨਿਆਂ ਵਿੱਚ ਚੈੱਕ ਕਰ ਸਕਦੇ ਹੋ। Various facilities relating to TDS are available on portal Traces of the Income Tax Department. To avail the facilities of this portal, one has to register on the site www.tin-nsdl.com or www.tdscpc.gov.in. After that, the user can log into the portal and avail the various facilities. It is mandatory for government offices, companies, and such individuals whose accounts are required to be audited as per provisions of Section 44AB and those having more than 20 employees from whom tax is deductible to file TDS statements. Deductor can avail various facilities like viewing challan, TDS or TCS credit, Form 16 or 16A, 27D, 16B, justification report, online correction, etc. using this portal. Taxpayers can log on to this portal and obtain information like TDS or TCS deposited by deductor, advance tax, self-assessment tax, refund and other relevant information. Accounts officer can register on to this portal and view specific TAN statements and can obtain information about DDOs from dashboard facility provided therein. ਦਰਅਸਲ ਇਨਕਮ ਟੈਕਸ ਲਾਅ ਦੇ ਤਹਿਤ ਵੱਖ-ਵੱਖ ਪੇਮੈਂਟ ਤੇ ਸਪੈਸੀਫਿਕ ਰੇਟ ਤੇ TDS ਕੱਟਿਆ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਟੈਕਸ ਨਾ ਕੱਟਿਆ ਜਾਏ ਜਾਂ ਫਿਰ ਘੱਟ ਦਰ ਤੇ ਟੈਕਸ ਕੱਟਿਆ ਜਾਏ। ਇਹਦੇ ਲਈ ਤੁਸੀਂ ਇਨਕਮ ਟੈਕਸ ਆਫੀਸਰ ਕੋਲ ਅਪਲਾਈ ਕਰ ਸਕਦੇ ਹੋ ਜਾਂ ਫਿਰ ਜੋ ਪੇਮੈਂਟ ਦੇ ਰਹੇ ਨੇ ਉਹਨਾਂ ਕੋਲ 15G ਜਾਂ 15H ਫਾਰਮ ਜਮ੍ਹਾਂ ਕਰਾ ਸਕਦੇ। ਉਹ ਕੀ ਹੈ? ਜੇਕਰ ਤੁਹਾਨੂੰ ਲੱਗਦਾ ਹੈ ਅਤੇ ਤੁਸੀਂ ਵਾਜਬ ਸਬੂਤਾਂ ਦੇ ਨਾਲ ਇਹ ਸਾਬਤ ਕਰ ਸਕਦੇ ਹੋ ਕਿ ਤੁਹਾਡੀ ਟੈਕਸ ਲਾਇਬਿਲਿਟੀ TDS ਤੋਂ ਘੱਟ ਹੈ ਤਾਂ ਤੁਸੀਂ ਇਨਕਮ ਟੈਕਸ ਲਾਅ ਦੀ ਧਾਰਾ 197 ਦੇ ਤਹਿਤ ਫਾਰਮ ਨੰਬਰ 13 ਭਰ ਕੇ ਆਪਣੇ ਇਨਕਮ ਟੈਕਸ ਆਫੀਸਰ ਦੇ ਕੋਲ ਅਪਲਾਈ ਕਰ ਸਕਦੇ ਹੋ। ਅੱਛਾ, ਇਹ 15G ਅਤੇ 15H ਫਾਰਮ ਹੈ ਕੀ? ਵੇਖੋ, ਜੇਕਰ ਤੁਹਾਡੀ ਸਾਲਾਨਾ ਆਮਦਨ ਮਿਨੀਮਮ ਟੈਕਸੇਬਲ ਲਿਮਿਟ ਤੋਂ ਘੱਟ ਹੈ ਤਾਂ ਫਿਰ TDS ਨਾ ਕੱਟਣ ਦੇ ਲਈ ਤੁਸੀਂ 15G ਫਾਰਮ ਜਾਂ ਜੇਕਰ ਤੁਸੀਂ ਸੀਨੀਅਰ ਸਿਟੀਜ਼ਨ ਹੋ ਤਾਂ ਉਹਦੇ ਲਈ 15H ਫਾਰਮ ਜੋ ਤੁਹਾਨੂੰ ਪੇਮੈਂਟ ਦੇ ਰਹੇ ਨੇ ਉਹਨਾਂ ਕੋਲ ਜਮ੍ਹਾਂ ਕਰ ਸਕਦੇ ਹੋ। ਚੰਗਾ, ਤੁਸੀਂ ਗੱਲ ਦੱਸੋ, ਇੱਕੋ ਹੀ ਪੇਮੈਂਟ ਉੱਤੇ ਵੱਖ-ਵੱਖ ਫੀਸਦ ਦਾ TDS ਕੱਟਿਆ ਜਾਂਦਾ ਹੈ? ਨਹੀਂ, ਅਜਿਹਾ ਨਹੀਂ ਹੈ। ਵੇਖੋ, ਵੱਖ-ਵੱਖ ਪੇਮੈਂਟ ਦੇ ਉੱਤੇ ਵੱਖ-ਵੱਖ ਦਰ ਤੇ TDS ਕੱਟਿਆ ਜਾਂਦਾ ਹੈ, ਪਰ ਇੱਕੋ ਹੀ ਤਰੀਕੇ ਦੇ ਪੇਮੈਂਟ ਦੇ ਉੱਤੇ TDS ਕੱਟਣ ਦੀ ਦਰ ਫਿਕਸ ਹੈ।
ਜੇਕਰ ਇੰਜ ਹੀ ਹੁੰਦਾ ਹੈ ਤਾਂ ਰਮੇਸ਼ ਦੇ ਪੈਸਿਆਂ ਤੇ ਬੈਂਕ ਨੇ 10% ਅਤੇ ਮੇਰੇ ਪੈਸਿਆਂ ਤੇ 20% ਕਿਉਂ ਕੱਟਿਆ? ਤੁਹਾਡਾ ਪੈਨ ਹੈ? ਨਹੀਂ, ਮੇਰਾ ਕੋਈ ਪੈਨ ਨਹੀਂ ਹੈ ਕਿਉਂਕਿ ਪੈਨ ਦੀ ਕੋਈ ਲੋੜ ਹੀ ਨਹੀਂ ਹੈ। ਸਾਲ ਵਿੱਚ 1 ਲੱਖ ਰੁਪਏ ਦੀ ਆਮਦਨ ਹੀ ਨਹੀਂ ਹੁੰਦੀ, ਇਸ ਕਰਕੇ ਚਾਚਾ ਜੀ ਨੇ ਆਖਿਆ ਕਿ ਐਨੀ ਘੱਟ ਆਮਦਨ ਤੇ ਕਿਸੇ ਪੈਨ ਦੀ ਲੋੜ ਨਹੀਂ ਹੈ। ਵੇਖੋ, ਇਨਕਮ ਟੈਕਸ ਲਾਅ ਦੀ ਧਾਰਾ 206 ਏ ਦੇ ਤਹਿਤ ਜੇਕਰ ਤੁਹਾਡਾ ਪੈਨ ਨਹੀਂ ਹੈ ਤਾਂ ਵੱਧ ਰੇਟ ਤੇ ਤੁਹਾਡਾ TDS ਕੱਟਿਆ ਜਾਏਗਾ। ਕਿਸੇ ਅਜਿਹੀ ਸਪੈਸੀਫਿਕ ਪੇਮੈਂਟ ਦੇ ਉੱਤੇ ਕਾਨੂੰਨ ਮੁਤਾਬਕ ਉਸ ਸਮੇਂ ਦੀ TDS ਦੀ ਦਰ ਜਾਂ ਫਿਰ 20% ਜੋ ਰੇਟ ਜ਼ਿਆਦਾ ਹੋਏਗਾ ਉਸ ਰੇਟ ਤੇ TDS ਕੱਟਿਆ ਜਾਏਗਾ। ਤੁਹਾਡਾ ਚੂੰਕਿ ਪੈਨ ਹੈ ਨਹੀਂ, ਇਸੇ ਕਰਕੇ 20% ਦੀ ਦਰ ਤੇ ਤੁਹਾਡਾ TDS ਕੱਟਿਆ ਗਿਆ ਹੈ। ਤੁਹਾਨੂੰ ਜੇਕਰ ਕਿਤੋਂ ਪੈਸਾ ਮਿਲਦਾ ਹੈ ਤਾਂ ਉਹਦੇ ਤੇ ਵੀ TDS ਕੱਟਿਆ ਜਾਂਦਾ ਹੈ। ਜੇਕਰ ਕੋਈ ਮੈਨੂੰ 1 ਸਾਲ ਦੇ ਵਿੱਚ 30,000 ਰੁਪਈਆ ਤੋਂ ਵੱਧ ਪੇਮੈਂਟ ਕਰਦਾ ਹੈ ਤਾਂ 10% ਦੇ ਹਿਸਾਬ ਨਾਲ TDS ਕੱਟਿਆ ਜਾਂਦਾ ਹੈ। ਇਹਦੇ ਵਿੱਚ ਮੈਨੂੰ ਕੀ ਫਾਇਦਾ ਹੋਏਗਾ? ਮੈਨੂੰ ਐਡਵਾਂਸ ਟੈਕਸ ਕੱਟ ਦੇਣਾ ਪੈਂਦਾ ਹੈ। ਨਤੀਜਾ, ਮੈਂ ਪੂਰੇ ਵਰੇ ਬੇਫਿਕਰ ਰਹਿਣਾ ਅਤੇ ਖੁਸ਼ ਵੀ ਰਹਿਣਾ। ਵਾਹ! ਸਿਰਫ ਤਨਖਾਹ ਹੀ ਨਹੀਂ, ਵੱਖ-ਵੱਖ ਤਰੀਕੇ ਦੇ ਪੇਮੈਂਟ ਅਤੇ ਕ੍ਰੈਡਿਟ ਦੇ ਉੱਤੇ ਵੀ TDS ਕੱਟਿਆ ਜਾਂਦਾ ਹੈ। ਭਾਰਤ ਸਰਕਾਰ ਜਾਂ ਰਾਜ ਸਰਕਾਰ ਵੱਲੋਂ ਨਿਰਧਾਰਿਤ ਸਕੀਮ ਅਤੇ ਬੌਂਡ ਦੇ ਇਲਾਵਾ ਕਿਸੇ ਦੂਜੀ ਸਿਕਿਉਰਿਟੀ ਤੋਂ ਪ੍ਰਾਪਤ ਸੂਦ ਤੇ 10% TDS ਕੱਟਣ ਦਾ ਪ੍ਰਾਵਧਾਨ ਹੈ। ਇੰਡੀਵਿਜੂਅਲ ਜਾਂ HUF ਦੇ ਇਲਾਵਾ ਜੇਕਰ ਕੋਈ ਅਮਾਨਤ ਤੇ ਨਿਰਧਾਰਿਤ ਰਕਮ ਦੇ ਉੱਤੇ ਸੂਦ ਮੁਹੱਈਆ ਕਰਦਾ ਹੈ ਤਾਂ 10% ਦੇ ਹਿਸਾਬ ਨਾਲ TDS ਕੱਟਣ ਦਾ ਪ੍ਰਾਵਧਾਨ ਹੈ। Interest limit for banks is 10,000 rupees and in other sectors it is 5,000 rupees. An individual or an HUF whose yearly transaction is more than rupees 1 crore should also deduct TDS and pay interest on it. But if the interest to be paid is an individual or an institution falling under this category, then TDS need not be deducted. Lottery or crossword puzzles generating income more than rupees 10,000, then 30% TDS is deducted as per the provisions. In case lottery winnings are wholly in kind or partly in cash and partly in kind, the deductor before releasing the winnings shall ensure that tax has been paid in respect of the winnings. For horse racing or gambling, incomes exceeding rupees 10,000, then TDS is deducted at the rate of 30% as per provisions. An individual or HUF whose annual business turnover is more than 1 crore rupees or any other individual or enterprise paying a contractor a one-time payment of more than 30,000 rupees or annual payment of more than 1 lakh rupees, then a specified rate of TDS is deducted as per provisions. If the contractor is an individual or an HUF, then TDS is deducted at 1% and in other cases at 2%. Any transporter who has PAN, then during transportation payment, TDS will not be deducted. In cases like these, the individual paying the transportation charges should, in the prescribed form within the prescribed time, give full details of the transporter to the income tax officer. Another important point is that advertising, broadcasting and publicity, catering, carriage of goods or passengers by any mode of transport other than railways are also included in this category. For insurance commission exceeding 15,000 rupees per annum, TDS is deducted at the rate of 5%. If any payment is made to a non-resident sports person, TDS is deductible at the rate of 20%. If National Savings Scheme income exceeds 2,500 rupees per annum, TDS is deducted at the rate of 10%. For repurchase of mutual funds from Unit Trust of India, TDS is deducted at 20%. Lottery ticket agents, while paying commissions or any other payments in excess of 15,000 rupees, should deduct TDS at the rate of 5%. Any individual or HUF whose annual business turnover is more than 1 crore rupees
or any other individual or an institution if in the same financial year in the form of brokerage or commission pays more than 15,000 rupees, then he has to deduct TDS at the rate of 5% and pay the balance amount. But in the case of BSNL or MTNL's PCO franchisees, TDS will not be deducted. Any individual or HUF whose annual business turnover is more than 1 crore rupees or any enterprise that pays an annual rent of more than 1.8 lakh rupees, then on this rent TDS is deducted at the rate of 10% as per provision. If this rent is paid for any machinery, then TDS is deducted at 2%. If you are purchasing immovable property other than agricultural land and the consideration is rupees 50 lakhs or above, the purchaser is to deduct TDS under section 194IA of Income Tax Act at 1% on purchase value. The amount of TDS deducted will be deposited within 30 days from the end of the month in Form 26QB through electronic payment. The purchaser or deductor does not need to have TAN. Deductor will issue TDS certificate in Form 16B within 15 days from the due date of furnishing Form 26QB. Any individual or HUF whose annual turnover is more than 1 crore rupees or any other person in the same financial year pays more than 30,000 rupees for professional or technical services, then TDS will be deducted at the rate of 10%. If anyone is paid a royalty of more than 30,000 rupees a year, then 10% TDS is deducted as per provision. If the compensation or enhanced compensation for compulsory acquisition of any immovable property other than agricultural land exceeds 2.5 lakh rupees, then TDS to be made at the rate of 10% of such payment. Remember one more point. Tax is not deducted just while making a payment. Sometimes it happens that while receiving payments, tax is deducted. Okay, what is this all about? Please tell me in detail, sir. Income Tax Act Section 206C says, if for commercial purposes, you procure any forest produce, for example, such as wood, honey, leaves for rolling beedies, Jewelry or car, or any mineral or scrap. When you purchase them, the payments made by you for these are tax deducted at specific rates by the seller and deposited in government tax account. ਕੀ ਸਾਹਿਬ ਕੁਝ ਲੈਂਦੇ ਵੈਂਦੇ ਹੋ ਕਿ ਨਹੀਂ? ਕਿਉਂ ਇੱਥੇ ਵੀ ਇਨਕਮ ਟੈਕਸ ਕਾਨੂੰਨ ਲਾਗੂ ਹੁੰਦਾ ਹੈ? ਨਹੀਂ ਤੁਹਾਡੇ ਲਈ ਨਹੀਂ, ਤੁਹਾਡੇ ਲਈ ਨਹੀਂ। ਓਹ ਥੈਂਕ ਗੋਡ। ਕਮਰਸ਼ੀਅਲ ਹਿਊਮਨ ਕੰਜ਼ੰਪਸ਼ਨ ਲਈ ਜੋ ਐਲਕੋਹਲ ਖਰੀਦਿਆ ਜਾਂਦਾ ਹੈ, ਉਸ ਐਲਕੋਹਲ ਦੀ ਚੁਕਾਈ ਗਈ ਕੀਮਤ ਤੇ ਟੈਕਸ ਕੱਟਣ ਦਾ ਕਾਨੂੰਨ ਹੈ। ਵੇਖੋ ਇਹ ਰੰਗ ਥੋੜਾ ਜਿਹਾ ਹਲਕਾ ਹੈ, ਇਹਦੇ ਉੱਤੇ ਇੱਕ ਹੋਰ ਲਾਈਨ ਪਾਣੀ ਹੈ ਤੇ ਵੇਖੋ ਫਿਰ ਤਾਂ ਇਹ ਟੇਬਲ ਇਹਨੂੰ ਰਤਾ ਕੋਈ ਗੁੱਡ ਮਾਰਨਿੰਗ। ਗੁੱਡ ਮਾਰਨਿੰਗ। ਸਿਟ ਡਾਊਨ ਸਿਟ ਡਾਊਨ ਸਿਟ ਡਾਊਨ। ਥੈਂਕ ਯੂ। ਵੇਖੋ ਇਹਨੂੰ ਤੁਸੀਂ ਜਿੰਨੀ ਛੇਤੀ ਹੋਵੇ ਕਰ ਦੇਣਾ। ਜੀ ਦੱਸੋ ਕਿਉਂ ਸੱਦਿਆ ਮੈਨੂੰ? ਬਈ ਸਾਡੀ ਇੱਕ ਮੁਸ਼ਕਿਲ ਹੈ, ਇਹ ਮੁਸ਼ਕਿਲ ਤੁਸੀਂ ਹੱਲ ਕਰਨੀ ਹੈ। ਕੱਲ 7 ਤਰੀਕ ਹੈ, TDS ਜਮ੍ਹਾਂ ਕਰਨ ਦੀ ਆਖਰੀ ਤਰੀਕ। ਇੱਧਰ ਮੇਰਾ ਅਕਾਊਂਟੈਂਟ ਬੁਖਾਰ ਵਿੱਚ ਪਿਆ ਹੈ, ਕੀ ਕੀਤਾ ਜਾਏ ਇਹ ਦੱਸੋ। ਦੇਖੋ ਇਨਕਮ ਟੈਕਸ ਲਾਅ ਦੀ ਧਾਰਾ 201 ਮੁਤਾਬਕ ਆਖਰੀ ਮਿਤੀ ਤੱਕ TDS ਕੱਟ ਕੇ ਨਾ ਜਮ੍ਹਾਂ ਕਰਨ ਨਾਲ ਹਰ ਮਹੀਨੇ 1.5% ਦੇ ਹਿਸਾਬ ਨਾਲ ਇੰਟਰਸਟ ਦੇਣਾ ਪੈ ਸਕਦਾ ਹੈ। ਅਤੇ ਸਿਰਫ ਇੰਨਾ ਹੀ ਨਹੀਂ, ਧਾਰਾ 221 ਦੇ ਮੁਤਾਬਕ ਪੈਨਲਟੀ ਵੀ ਹੋ ਸਕਦੀ ਹੈ। ਹੁਣ ਤਾਂ ਇਨਕਮ ਟੈਕਸ ਮਹਿਕਮੇ ਨੇ ਆਨਲਾਈਨ TDS ਜਮ੍ਹਾਂ ਕਰਨ ਦੀ ਵਿਵਸਥਾ ਕੀਤੀ ਹੈ। ਅਤੇ ਸਿਰਫ ਇੰਨਾ ਹੀ ਨਹੀਂ, ਕੁਆਰਟਰਲੀ ਸਟੇਟਮੈਂਟ ਵੀ ਤੁਸੀਂ ਆਨਲਾਈਨ ਤੇ ਜਮ੍ਹਾਂ ਕਰ ਸਕਦੇ ਹੋ। ਉਹ ਕਿਸ ਤਰ੍ਹਾਂ ਪਲੀਜ਼ ਦੱਸੋ। ਵੇਖੋ ਡਿਜੀਟਲ ਸਿਗਨੇਚਰ ਦੀ ਸਹੂਲਤ ਲੈਣ ਤੇ ਤੁਸੀਂ ਘਰ ਬੈਠਿਆਂ ਇਲੈਕਟ੍ਰੋਨਿਕਲ ਸਟੇਟਮੈਂਟ ਫਾਈਲ ਕਰ ਸਕਦੇ ਹੋ, ਜਾਂ ਤੁਸੀਂ ਸਟੇਟਮੈਂਟ ਤਿਆਰ ਕਰਕੇ TIN FC ਦੇ ਜ਼ਰੀਏ ਸਟੇਟਮੈਂਟ ਜਮ੍ਹਾਂ ਕਰ ਸਕਦੇ ਹੋ। ਪੇਮੈਂਟ ਵੇਲੇ TAN, ਅਸੈਸਮੈਂਟ ਈਅਰ ਅਤੇ ਨੇਚਰ ਆਫ ਪੇਮੈਂਟ ਠੀਕ ਲਿਖੋ। ਚਲਾਨ 281,
281 ਨੰਬਰ ਦੇ ਚਲਾਨ ਵਿੱਚ TDS ਜਾਂ TCS ਜਮ੍ਹਾਂ ਕਰੋ। ਵੱਖ-ਵੱਖ ਤਰੀਕੇ ਦੇ TDS ਜਮ੍ਹਾਂ ਕਰਨ ਲਈ 281 ਨੰਬਰ ਚਲਾਨ ਦੀ ਵੱਖ-ਵੱਖ ਕਾਪੀਆਂ ਦੀ ਵਰਤੋਂ ਕਰੋ। ਵਾਜਬ ਫਾਰਮ ਨੰਬਰ ਅਤੇ ਟਾਈਪ ਆਫ ਸਟੇਟਮੈਂਟ ਤੈਅ ਕਰੋ। ਡਿਡਕਟਰ ਦਾ ਵੇਰਵਾ ਲਿਖਦਿਆਂ ਹੋਇਆਂ ਟੈਨ, ਅਸੈਸਮੈਂਟ ਈਅਰ, ਸਟੇਟਸ ਅਤੇ ਨਾਂ ਪਤਾ ਜ਼ਰੂਰ ਲਿਖੋ। ਡਿਡਕਟਰ ਦਾ ਵੇਰਵਾ ਲਿਖਦਿਆਂ ਹੋਇਆਂ ਚਲਾਨ, ਸੀਰੀਅਲ ਨੰਬਰ ਅਤੇ ਸਹੀ ਪੈਨ ਨੰਬਰ ਜ਼ਰੂਰ ਲਿਖੋ। ETDS ਜਾਂ TCS ਸਟੇਟਮੈਂਟ ਤਿਆਰ ਕਰਨ ਮਗਰੋਂ ਵੈਲੀਡੇਸ਼ਨ ਕਰੋ। ਆਨਲਾਈਨ ਲੌਗ ਕਰਕੇ ਚਲਾਨ ਸਟੇਟਸ ਅਤੇ ਸਟੇਟਮੈਂਟ ਸਟੇਟਸ ਵੇਖਿਆ ਜਾ ਸਕਦਾ ਹੈ। ਸਰ, ਕੱਲ 7 ਤਾਰੀਖ ਹੈ। ਪਿਛਲੇ ਮਹੀਨੇ ਜਿੰਨੇ ਸਾਰੇ ਭੁਗਤਾਨ ਤੇ ਅਸੀਂ TDS ਕੱਟਿਆ ਹੈ, ਕੱਲ ਉਹ ਸਭ ਜਮ੍ਹਾਂ ਕਰਨਾ ਹੋਏਗਾ। ਤੁਸੀਂ ਜਿਹੜਾ ਅਕਾਊਂਟ ਮੈਨੂੰ ਘੱਲਿਆ ਹੈ, ਉਹਨੂੰ ਵੇਖਿਆ। ਕੱਲ 7 ਤਰੀਕ ਦੇ ਅੰਦਰ ਮੈਨੂੰ 50 ਲੱਖ ਰੁਪਏ TDS ਜਮ੍ਹਾਂ ਕਰਨਾ ਹੋਏਗਾ। ਇਸ ਵੇਲੇ ਇੰਨਾ ਪੈਸਾ ਜਮ੍ਹਾਂ ਕਰਨਾ ਮੇਰੇ ਲਈ ਨਾਮੁਮਕਿਨ ਹੈ। ਪਰ ਸਰ, ਇਹ ਪੈਸਾ ਤਾਂ ਸਾਡਾ ਨਹੀਂ ਹੈ। ਅਸੀਂ ਵੀ ਲੇਬਰ ਪੇਮੈਂਟ, ਘਰ ਦਾ ਕਿਰਾਇਆ, ਕਮਿਸ਼ਨ ਦਿੰਦਿਆਂ ਹੋਇਆਂ TDS ਕੱਟਿਆ ਹੈ। ਅਸੀਂ ਜਦੋਂ ਇਹ TDS ਜਮ੍ਹਾਂ ਕਰਾਂਗੇ ਤਾਂ ਹੀ ਤਾਂ ਉਹ ਟੈਕਸ ਕ੍ਰੈਡਿਟ ਪਾਵਾਂਗੇ ਨਾ। ਅਤੇ ਨਿਯਮ ਮੁਤਾਬਕ ਤੈਅ ਵਕਤ ਦੇ ਅੰਦਰ ਸਾਨੂੰ ਇਹ ਪੈਸਾ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਨਾ ਪੈਂਦਾ ਹੈ। ਉਹ ਪੈਸਾ ਮੈਂ ਹੁਣ ਤੱਕ ਆਪਣੇ ਕੋਲ ਰੱਖ ਕੇ ਨਹੀਂ ਬੈਠਾ, ਸਾਰਾ ਬਿਜ਼ਨਸ ਵਿੱਚ ਲਾ ਦਿੱਤਾ। ਪਰ ਸਰ, ਜਿਨ੍ਹਾਂ ਦਾ ਅਸੀਂ TDS ਕੱਟਿਆ ਉਹ ਤਾਂ ਚੁੱਪ ਨਹੀਂ ਬੈਠਣਗੇ। ਉਹ TDS ਸਰਟੀਫਿਕੇਟ ਮੰਗਣਗੇ ਅਤੇ ਨਾ ਦੇਣ ਤੇ ਉਹ ਆਮਦਨ ਕਰ ਮਹਿਕਮੇ ਵਿੱਚ ਸ਼ਿਕਾਇਤ ਵੀ ਕਰ ਸਕਦੇ ਨੇ। ਅਤੇ ਇਸ ਮਾਮਲੇ ਵਿੱਚ ਇਨਕਮ ਟੈਕਸ ਦਫ਼ਤਰ ਦਾ ਕਾਨੂੰਨ ਬਹੁਤ ਹੀ ਸਖਤ ਹੈ। Section 48 states that anyone who does not deduct TDS or after deduction does not deposit TDS in time, then 30% of such expenditure will be disallowed. One has to pay interest and penalty too. And if demand payments aren't made, there could be problems of prosecution as well. ਤੁਸੀਂ ਕਿਹਦੇ ਕੋਲੋਂ ਤਨਖਾਹ ਲੈਂਦੇ ਹੋ? ਮੇਰੇ ਕੋਲੋਂ ਜਾਂ ਆਮਦਨ ਕਰ ਦਫ਼ਤਰ ਤੋਂ? ਉਦੋਂ ਦਾ ਉਹਨਾਂ ਬਾਰੇ ਹੀ ਬੋਲੇ ਜਾ ਰਹੇ ਹੋ। ਭਾਈ ਇੰਨਾ ਵੱਡਾ ਦੇਸ਼ ਹੈ, ਲੱਖਾਂ ਕਰੋੜਾਂ ਕੰਪਨੀਆਂ ਕਾਰੋਬਾਰ ਕਰ ਰਹੀਆਂ ਨੇ। ਇਹਨਾਂ ਵਿੱਚੋਂ ਇਨਕਮ ਟੈਕਸ ਡਿਪਾਰਟਮੈਂਟ ਲੱਭੇਗਾ ਕਿ ਕਿਹੜੀ ਕੰਪਨੀ ਨੇ TDS ਜਮ੍ਹਾਂ ਨਹੀਂ ਕੀਤਾ। ਓਏ ਬਾਬਾ, ਦੂਰਬੀਨ ਲੈ ਕੇ ਲੱਭਣ ਨਾਲ ਵੀ ਨਹੀਂ ਲੱਭੇਗੀ। ਤੁਸੀਂ ਜਾਓ, ਇਸ ਬਾਰੇ ਨਾ ਸੋਚੋ, ਜਾਓ। Okay, sir. ਅਜਿਹੀ ਖੇਡ ਮੇਰੇ ਪਿਓ ਦਾਦੇ ਨੇ ਬਹੁਤ ਖੇਡੀ ਹੈ। ਹਾਂ, ਓਏ ਇੰਜੀ ਟੀਵੀ ਇੰਡਸਟਰੀ ਚੜ੍ਹਦੀਆਂ ਕਲਾਵਾਂ 'ਚ ਨਹੀਂ ਹੈ। ਹਾਂ, ਇੰਨਾ ਆਸਾਨ ਤੁਸੀਂ ਸਮਝ ਰਹੇ ਹੋ ਇਸ ਖੇਡ ਨੂੰ, ਦਰਅਸਲ ਉਹਨਾਂ ਸੌਖਾ ਹੈ ਨਹੀਂ। TDS ਕੱਟ ਕੇ ਵੀ ਜੇਕਰ ਤੁਸੀਂ ਪੈਸਾ ਜਮ੍ਹਾਂ ਨਹੀਂ ਕੀਤਾ ਤਾਂ ਆਮਦਨ ਦਫ਼ਤਰ ਤੁਹਾਡੇ ਖਿਲਾਫ ਸਖਤ ਕਾਰਵਾਈ ਕਰ ਸਕਦਾ ਹੈ। ਨੀਰਜ, CCIT ਸਾਹਿਬ ਨੇ ਮੈਨੂੰ ਦੱਸਿਆ ਸੀ ਟੀਵੀ ਇੰਡਸਟਰੀ ਦੇ ਨਾਂ ਇੱਕ ਸ਼ਿਕਾਇਤ ਹੈ। 50 ਲੱਖ TDS ਕੱਟ ਕੇ ਜਮ੍ਹਾਂ ਨਹੀਂ ਕੀਤਾ ਹੈ। ਮੈਂ ਜਾਂਚ ਕੀਤੀ ਹੈ, ਇਹ ਸ਼ਿਕਾਇਤ ਠੀਕ ਹੈ। ਸਰ, ਮੈਨੂੰ ਲੱਗਦਾ ਹੈ ਕਿ ਸਾਨੂੰ ਆਮਦਨ ਕਰ ਅਧਿਨਿਯਮ ਦੀ ਧਾਰਾ 133A ਦੇ ਤਹਿਤ ਫੌਰਨ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਫਿਰ ਸ਼ੁਰੂ ਕਰੋ। ਓਕੇ ਸਰ, ਥੈਂਕ ਯੂ ਸਰ। ਗੁੱਡ ਮਾਰਨਿੰਗ ਸਰ। आओ स्वप्न, बैठो। थैंक यू सर। फाइल तैयार हो गई है? यस सर। सानू फौरन कार्रवाई करनी होएगी। यस सर, मेरी फाइल तैयार है सर। सर वो फाइल ਵਿੱਚ ਤੁਹਾਡੀ ਅਪਰੂਵਲ ਦੀ ਲੋੜ ਹੈ। ਅਪਰੂਵਲ ਮੈਂ ਹੁਣੇ ਦੇ ਦੇਣਾ, ਤੁਸੀਂ ਫੌਰਨ ਕਾਰਵਾਈ ਲਈ ਟੁਰ ਜਾਓ। ਥੈਂਕ ਯੂ ਸਰ। ਨਾਲੇ ਹਾਂ, ਬੈਸਟ ਆਫ ਲੱਕ। ਥੈਂਕ ਯੂ ਸਰ। ਮਿਸਟਰ ਵਾਗਲਾ ਹੈ ਨੇ? ਤੁਸੀਂ ਲੋਕੀ ਕਿੱਥੋਂ ਆਏ ਹੋ? ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ। ਠੀਕ ਹੈ, 1 ਮਿੰਟ। ਹੈਲੋ ਸਰ,
ਤੁਹਾਨੂੰ ਕੋਈ ਮਿਲਣ ਆਇਆ ਹੈ? ਯੈਸ ਸਰ, ਓਕੇ। 3rd ਫਲੋਰ ਤੇ ਚਲੇ ਜਾਓ। ਥੈਂਕ ਯੂ। ਗੁੱਡ ਮਾਰਨਿੰਗ ਮਿਸਟਰ ਵਾਗਲਾ, ਅਸੀਂ ਇਨਕਮ ਟੈਕਸ ਡਿਪਾਰਟਮੈਂਟ ਤੋਂ ਆਏ ਹਾਂ। ਪਲੀਜ਼ ਸਿਟ ਡਾਊਨ। ਅਸੀਂ ਬੈਠਣ ਨਹੀਂ ਆਏ ਮਿਸਟਰ ਵਾਗਲਾ, ਅਸੀਂ TDS ਦਾ ਸਰਵੇ ਕਰਨ ਆਏ ਹਾਂ। कौशिक, मिस्टर बागला को सर्वे ऑथराइजेशन साइन करा लो। ਇਹ ਹੈ ਉਹ ਸਰਵੇ ਆਥੋਰਾਈਜੇਸ਼ਨ। ਠੀਕ ਤਰੀਕੇ ਪੜ੍ਹ ਲਓ ਅਤੇ ਸਾਈਨ ਕਰ ਦਿਓ। ਠੀਕ ਹੈ, ਹੁਣ ਚਲੋ। ਤੁਹਾਡਾ ਬੁੱਕਸ ਆਫ ਅਕਾਊਂਟ ਕਿੱਥੇ ਹੈ? ਸਾਡੇ ਸਾਹਮਣੇ ਪੇਸ਼ ਕਰੋ। ਮਿਸਟਰ ਵਾਗਲਾ, ਤੁਸੀਂ ਇਸ ਸਾਲ ਦਾ ਅਤੇ ਪਿਛਲੇ 3 ਸਾਲ ਦਾ ਅਕਾਊਂਟਸ ਪੇਸ਼ ਕਰੋ। ਮੇਰਾ ਅਕਾਊਂਟ ਇਸ ਕੰਪਿਊਟਰ ਵਿੱਚ ਮੇਨਟੇਨ ਹੁੰਦਾ ਹੈ। ਤੁਸੀਂ ਪਲੀਜ਼ ਕੰਪਿਊਟਰ ਵੇਖ ਲਓ। ਵਿਮਲ, ਇਹ ਫਾਈਲ ਇੱਥੋਂ ਲੈ ਜਾਓ। ओए, जा किधर रहे हो? रुको, दिखाओ दिखाओ। ਇਹ ਦੇਖੋ ਸਰ, ਇਹਦੇ ਵਿੱਚ ਪਿਛਲੇ ਸਾਲ ਜਿੰਨਾ TDS ਕੱਟਿਆ ਗਿਆ ਹੈ ਉਹਦਾ ਪੂਰਾ ਹਿਸਾਬ ਹੈ। ਮਿਸਟਰ ਬਾਗਲਾ, ਤੁਸੀਂ ਜਿਹੜਾ TDS ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਹੈ ਉਸ ਦਾ ਪ੍ਰੂਫ ਦੇਣਾ ਪਲੀਜ਼। ਮਿਸਟਰ ਵਾਗਲਾ, ਕੀ ਤੁਸੀਂ ਕੁਆਟਰਲੀ ਰਿਟਰਨ ਜਮ੍ਹਾਂ ਕੀਤੀ ਹੈ? ਜਿਨ੍ਹਾਂ ਦਾ TDS ਕੱਟਿਆ ਹੈ ਉਹਨਾਂ ਨੂੰ ਤੁਸੀਂ ਸਰਟੀਫਿਕੇਟ ਜਾਰੀ ਕੀਤਾ ਹੈ? ਮਿਸਟਰ ਬਾਗਲਾ, PB ਇੰਡਸਟਰੀਜ਼ ਨੇ ਪਿਛਲੇ ਸਾਲ 50 ਲੱਖ ਰੁਪਏ TDS ਕੱਟ ਕੇ ਜਮ੍ਹਾਂ ਨਹੀਂ ਕਰਾਏ। ਤੁਹਾਨੂੰ ਇਸ ਬਾਰੇ ਕੀ ਕਹਿਣਾ ਹੈ? ਸਰ, ਮੈਥੋਂ ਭੁੱਲ ਹੋ ਗਈ। ਮੈਂ ਵੇਲੇ ਸਿਰ TDS ਜਮ੍ਹਾਂ ਕਰਨਾ ਸੀ। ਮੈਂ ਸਹੁੰ ਖਾਨਾ ਵਾਂ ਕਿ ਸਾਰਾ ਪੈਸਾ ਜਮ੍ਹਾਂ ਕਰ ਦਿਆਂਗਾ। ਮੈਨੂੰ ਇੱਕ ਮੌਕਾ ਦਿਓ ਪਲੀਜ਼। ਮੇਰਾ ਸਤਿਆਨਾਸ਼ ਹੋ ਗਿਆ। ਇੰਨੇ ਪੈਸਿਆਂ ਦਾ ਨੁਕਸਾਨ। ਹੁਣ 50 ਲੱਖ ਜਮ੍ਹਾਂ ਕਰਾਉਣਾ ਪਏਗਾ। ਉਹਦੇ ਬਾਅਦ ਇੰਟਰਸਟ ਪੈਨਲਟੀ ਵੀ ਦੇਣੀ ਪਏਗੀ। ਤਾਰਾ 226(3) ਦੇ ਮੁਤਾਬਕ ਤੁਹਾਡੇ ਬੈਂਕ ਅਕਾਊਂਟ ਜਾਂ ਤੁਹਾਡੇ ਦੇਣਦਾਰਾਂ ਨੂੰ ਨੋਟਿਸ ਜਾਰੀ ਕਰਕੇ TDS ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਲੋੜ ਪੈਣ ਤੇ ਟੈਕਸ ਰਿਕਵਰੀ ਅਫਸਰ ਵੱਲੋਂ ਤੁਹਾਡੀ ਚਲ ਅਚਲ ਜਾਇਦਾਦ ਨੂੰ ਨਿਲਾਮ ਕਰਕੇ TDS ਦੀ ਅਦਾਇਗੀ ਕੀਤੀ ਜਾ ਸਕਦੀ ਹੈ। ਮੈਂ ਬਰਬਾਦ ਹੋ ਗਿਆ, ਇੱਕਦਮ ਬਰਬਾਦ, ਇੱਕਦਮ। ਬਾਕੀ ਸਭ ਠੀਕ ਹੈ ਕੋਸ਼ ਦਾ, ਪਰ ਪਹਿਲਾਂ ਇੱਕ ਗੱਲ ਦੱਸੋ, ਆਮਦਨ ਕਰ ਵਿਭਾਗ ਪੂਰੇ ਦੇਸ਼ ਦੀ ਜਨਤਾ ਦਾ ਪੈਸਾ ਕੱਟ ਰਿਹਾ ਹੈ। ਇੰਨਾ ਪੈਸਾ ਜਾਂਦਾ ਕਿੱਥੇ ਹੈ? ਠੀਕ ਕਹਿ ਰਹੇ ਯਾਰ, ਵਾਕਈ ਇੰਨਾ ਪੈਸਾ ਲੈ ਕੇ ਇਹ ਕਰਦੇ ਕੀ ਨੇ? I pay tax, you please pay tax too, because your contribution is very important for the development of the nation. Generation of power, infrastructure development, education, the development of women and underprivileged children, and even for the security of the nation. You must understand that we enjoy the benefits of the society as a citizen, and the income tax department has a lot to do with it. As a citizen, let's support the income tax department. We will help with the development of the nation.
we will build the nation. Let's join hands in the progress and the building of our country. ਸਰ ਸਰ ਤੁਸੀਂ ਠੀਕ ਹੀ ਆਖਿਆ ਸੀ। ਵੇਲੇ ਸਿਰ TDS ਜਮ੍ਹਾਂ ਕਰਨ ਨਾਲ ਮੈਨੂੰ ਅਜਿਹੀ ਮੁਸੀਬਤ ਨੂੰ ਨਾ ਸਰਨਾ ਪੈਂਦਾ। ਹੁਣੇ ਜਿਵੇਂ ਵੀ ਹੋਏ ਜਮ੍ਹਾਂ ਕਰ ਦਿਓ। ਮੈਂ ਵੀ ਵੇਲੇ ਸਿਰ TDS ਦੇਖ ਕੇ ਆਰਾਮ ਨਾਲ ਬਿਜ਼ਨਸ ਕਰਨਾ ਚਾਹੁੰਦਾ। ਹੁਣ ਇਹ ਟੈਨਸ਼ਨ ਲੈ ਕੇ ਕੋਈ ਕੰਮ ਨਹੀਂ ਹੁੰਦਾ। ਹੁਣ ਛੇਤੀ ਨਾਲ ਇੰਤਜ਼ਾਮ ਕਰ ਦਿਓ ਪਲੀਜ਼। बहुत अच्छे सर, शुक्रिया। हाँ बोलो। आहो आज खुशी नाल मेरा ढिड भर गया। मैं रोटी नहीं खावांगा। तू एक काम कर, ਇੱਥੇ ਆ ਜਾ। ਅੱਜ ਅਸੀਂ ਡਿਨਰ ਤੇ ਚਲਾਂਗੇ। ਮੇਰਾ ਜੋ TDS ਕੱਟਿਆ ਸੀ ਨਾ, ਉਹਦਾ ਐਕਸੈਸ ਟੈਕਸ ਆਮਦਨ ਕਰ ਦਫ਼ਤਰ ਨੇ ਮੈਨੂੰ ਸੂਦ ਸਨੇ ਵਾਪਸ ਕਰ ਦਿੱਤਾ। ਤੂੰ 5 ਵਜੇ ਆ ਜਾ। ਸਰ ਇਹ ਚਾਹ। ਉਹ ਰਾਜੂ, ਹਾਂ ਸਰ। ਕੀ ਗੱਲ ਹੈ? ਅੱਜ ਚਾਹ ਉੱਤੇ ਤੱਕ ਭਰੀ ਹੋਈ ਹੈ। ਸਰ ਪਹਿਲਾਂ ਤਾਂ TDS ਕੱਟਿਆ ਹੋਇਆ ਸੀ, ਹੁਣ TDS ਇੰਟਰਸਟ ਸਮੇਤ ਵਾਪਸ ਦੇ ਰਿਹਾ। ਸ਼ੱਕਰ ਵੀ ਜ਼ਿਆਦਾ ਹੈ। ਆਮਦਨ ਕਰ ਦਫ਼ਤਰ ਕੁਝ ਵੀ ਨਹੀਂ ਭੁੱਲਦਾ। ਜਿਸ ਤਰੀਕੇ ਪਾਣੀ ਨੂੰ ਹਜ਼ਾਰਾਂ ਗੁਣਾ ਬਣਾ ਕੇ ਦੁਬਾਰਾ ਧਰਤੀ ਨੂੰ ਦੇਣ ਲਈ ਸੂਰਜ ਧਰਤੀ ਤੋਂ ਬੂੰਦ-ਬੂੰਦ ਪਾਣੀ ਲੈਂਦਾ ਹੈ, ਉਸੇ ਤਰੀਕੇ ਸਰਕਾਰ ਆਪਣੇ ਦੇਸ਼ ਵਾਸੀਆਂ ਕੋਲੋਂ ਟੈਕਸ ਲੈ ਕੇ ਉਹਨਾਂ ਦੇ ਸੁੱਖ, ਖੁਸ਼ਹਾਲੀ, ਸੁਰੱਖਿਆ ਵਗੈਰਾ ਦੇ ਰੂਪ ਵਿੱਚ ਦੁਬਾਰਾ ਵਾਪਸ ਦਿੰਦੀ ਹੈ।